Hello everyone. This lecture is for plus 2 medical and non-medical class. लास्ट ਲੈਕਚਰ ਦੇ ਵਿੱਚ ਆਪਾਂ ਇਲੈਕਟ੍ਰੋਕੈਮਿਸਟਰੀ ਦਾ ਇੱਕ ਟੌਪਿਕ ਸਟੱਡੀ ਕੀਤਾ ਸੀ। ਅੱਜ ਉਸੇ ਇਲੈਕਟ੍ਰੋਕੈਮਿਸਟਰੀ ਦਾ ਆਪਾਂ ਅਗਲਾ ਟੌਪਿਕ ਸਟਾਰਟ ਕਰਨ ਲੱਗੇ ਹਾਂ। ਮੋਸਟ ਇੰਪੋਰਟੈਂਟ ਟੌਪਿਕ ਆ ਇਲੈਕਟ੍ਰੋਕੈਮਿਸਟਰੀ ਦਾ, ਦੈਟ ਇਜ਼ ਇਲੈਕਟ੍ਰੋਕੈਮੀਕਲ ਸੈੱਲ। ਇਲੈਕਟ੍ਰੋਕੈਮੀਕਲ ਸੈੱਲ ਕਲੀਅਰ। ਇਲੈਕਟ੍ਰੋਕੈਮੀਕਲ ਸੈੱਲ ਇੱਕ ਇੱਦਾਂ ਦਾ ਡਿਵਾਈਸ ਹੈ ਜਿਹੜਾ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦਾ। ਯਾਨੀ ਕਿ ਇੱਕ ਇੱਦਾਂ ਦਾ ਡਿਵਾਈਸ ਜਿਹਨੂੰ ਆਪਾਂ ਯੂਜ਼ ਕਰਕੇ ਇੱਕ ਰਿਐਕਸ਼ਨ ਤੋਂ ਕਰੰਟ ਲੈ ਸਕਦੇ ਹਾਂ, ਦੈਟ ਇਜ਼ ਇਲੈਕਟ੍ਰੋਕੈਮੀਕਲ ਸੈੱਲ। ਠੀਕ ਹੈ ਜੀ। ਤਾਂ ਇਲੈਕਟ੍ਰੋਕੈਮੀਕਲ ਸੈੱਲ ਹੈ ਕੀ ਆ? ਇੱਕ ਇੱਦਾਂ ਦਾ ਡਿਵਾਈਸ ਜਿਹੜਾ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦਾ। ਆਪਾਂ ਕੋਈ ਰਿਐਕਸ਼ਨ ਚਲਾਵਾਂਗੇ, ਉਹ ਰਿਐਕਸ਼ਨ ਤੋਂ ਆਪਾਂ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਾਂਗੇ। ਇਲੈਕਟ੍ਰੋਕੈਮੀਕਲ ਸੈੱਲ ਦੀ ਬੈਸਟ ਐਗਜ਼ਾਮਪਲ ਹੈ ਵੋਲੈਂਟਿਕ ਸੈੱਲ ਔਰ ਗਲਵੈਨਿਕ ਸੈੱਲ। ਆਪਾਂ ਵੋਲੈਂਟਿਕ ਜਾਂ ਗਲਵੈਨਿਕ ਸੈੱਲ ਦੀ ਵਰਕਿੰਗ, ਕਿਹੜੇ ਫੈਕਟਰਸ ਨੂੰ ਇਫੈਕਟ ਕਰਦੇ ਨੇ, ਸਾਰਾ ਕੁਝ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੱਡੀ ਕਰਾਂਗੇ। ਠੀਕ ਹੈ ਜੀ। ਤਾਂ ਆਪਾਂ ਅੱਗੇ ਸਟਾਰਟ ਕਰਦੇ ਹਾਂ। ਗਲਵੈਨਿਕ ਸੈੱਲ ਦੀ ਪਹਿਲਾਂ ਆਪਾਂ ਕੰਸਟਰਕਸ਼ਨ ਕਰਦੇ ਹਾਂ, ਫਿਰ ਆਪਾਂ ਉਹਦੀ ਵਰਕਿੰਗ ਕਰਾਂਗੇ, ਫਿਰ ਆਪਾਂ ਇੰਪੋਰਟੈਂਟ ਟਰਮ ਪੜ੍ਹਾਂਗੇ ਸਾਲਟ ਬ੍ਰਿਜ। ਠੀਕ ਹੈ ਜੀ। ਕੰਸਟਰਕਸ਼ਨ ਦੇ ਵਿੱਚ ਕੀ ਹੈ? ਆਪਣੇ ਕੋਲ ਦੋ ਬੀਕਰਸ ਨੇ। ਫਸਟ ਬੀਕਰ ਦੇ ਵਿੱਚ ਜ਼ਿੰਕ ਸਲਫੇਟ ਦਾ ਐਕੁਅਸ ਸੋਲਿਊਸ਼ਨ ਹੈ 1 ਮੋਲਰ, ਜਾਣੀ ਕਿ ਜ਼ਿੰਕ ਸਲਫੇਟ ਦੀ ਜਿਹੜੀ ਮੋਲੈਰਿਟੀ ਹੈ ਉਹ ਕੀ ਹੈ? 1 ਮੋਲਰ। ਸੈਕਿੰਡ ਬੀਕਰ ਦੇ ਵਿੱਚ 1 ਮੋਲਰ ਕਾਪਰ ਸਲਫੇਟ ਦਾ ਸੋਲਿਊਸ਼ਨ ਹੈ ਐਕੁਅਸ। ਅਗਰ ਇਹ ਐਕੁਅਸ ਸੋਲਿਊਸ਼ਨਸ ਨੇ ਦੈਨ ਇਹਨਾਂ ਦੇ ਵਿੱਚ ਜ਼ਿੰਕ 2 ਪੋਜ਼ੀਟਿਵ ਐਂਡ SO4 2 ਨੈਗੇਟਿਵ ਆਇਨਸ ਨੇ। ਇਹਦੇ ਵਿੱਚ ਕਾਪਰ 2 ਪੋਜ਼ੀਟਿਵ ਐਂਡ SO4 2 ਨੈਗੇਟਿਵ ਆਇਨਸ ਪ੍ਰੈਜ਼ੈਂਟ ਨੇ। ਮੀਨਸ ਇਹ ਦੋਨੋਂ ਸੋਲਿਊਸ਼ਨਸ ਦੇ ਵਿੱਚ ਆਪਣੇ ਕੋਲੇ ਆਇਨਸ ਪ੍ਰੈਜ਼ੈਂਟ ਨੇ। ਠੀਕ। ਨਾਓ ਇਹਦੇ ਵਿੱਚ ਆਪਾਂ ਨੇ ਜ਼ਿੰਕ ਰੋਡ ਡਿਪ ਕਰਨੀ ਹੈ, ਇਹਦੇ ਵਿੱਚ ਕਾਪਰ ਰੋਡ ਡਿਪ ਕਰਨੀ ਹੈ। ਦੋਨਾਂ ਨੂੰ ਵਾਇਰ ਦੇ ਥਰੂ ਆਪਾਂ ਕਨੈਕਟ ਕਰ ਦੇਣਾ ਹੈ। ਵਾਇਰ ਦੇ ਵਿਚਕਾਰ ਆਪਾਂ ਜਾਂ ਤਾਂ ਬਲਬ ਲਗਾ ਸਕਦੇ ਹਾਂ, ਜਾਂ ਵੋਲਟਮੀਟਰ, ਜਾਂ ਆਪਾਂ ਐਮਮੀਟਰ ਲਗਾ ਸਕਦੇ ਹਾਂ। ਇਹ ਚੀਜ਼ਾਂ ਤਾਂ ਕਨੈਕਟ ਕਰ ਰਹੇ ਹਾਂ, ਜਸਟ ਆਪਾਂ ਇੰਡੀਕੇਟ ਕਰਨਾ ਕਿ ਇਸ ਵਾਇਰ ਦੇ ਥਰੂ ਇਲੈਕਟ੍ਰੋਨ ਟਰਾਂਸਫਰ ਕਰ ਰਹੇ ਨੇ, ਜਾਂ ਸਿੰਪਲੀ ਆਪਾਂ ਬੋਲ ਸਕਦੇ ਹਾਂ ਇਸ ਵਾਇਰ ਦੇ ਥਰੂ ਕਰੰਟ ਫਲੋ ਕਰ ਰਿਹਾ। ਤਾਂ ਆਪਾਂ ਇੱਥੇ ਬਲਬ ਲਗਾਤਾ। ਤੁਸੀਂ ਕੋਈ ਵੀ ਮਰਜ਼ੀ ਚੀਜ਼ ਇੱਥੇ ਤਿੰਨਾਂ ਦੇ ਵਿੱਚੋਂ ਅਟੈਚ ਕਰ ਸਕਦੇ ਹੋ। ਇਹਨਾਂ ਤਿੰਨਾਂ ਤੋਂ ਇਲਾਵਾ ਤੁਸੀਂ ਇੱਥੇ ਨਾਲ ਇੱਕ ਸਵਿਚ ਵੀ ਲਗਾ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਇਸ ਤੋਂ ਬਾਅਦ ਇੱਕ ਕੱਚ ਦੀ ਯੂ ਸ਼ੇਪ ਦੀ ਟਿਊਬ ਇਨਵਰਟ ਕਰਕੇ ਇਹਦੇ ਵਿੱਚ ਲਗਾਈ ਹੁੰਦੀ ਹੈ, ਜਿਹੜੀ ਦੋਨੋਂ ਸੋਲਿਊਸ਼ਨਸ ਨੂੰ ਕਨੈਕਟ ਕਰਦੀ ਹੈ। ਇਹਦੇ ਜਿਹੜੇ ਦੋਨੋਂ ਐਂਡਸ ਨੇ ਉਹ ਐਂਡਸ 'ਤੇ ਗਲਾਸ ਵੂਲ ਜਾਂ ਕਾਟਨ ਆਪਾਂ ਲਗਾ ਸਕਦੇ ਹਾਂ, ਜਾਣੀ ਕਿ ਦੋਨੋਂ ਐਂਡਸ ਬੰਦ ਕੀਤੇ ਹੁੰਦੇ ਨੇ ਗਲਾਸ ਵੂਲ ਔਰ ਕਾਟਨ ਦੇ ਨਾਲ। ਪੂਰੀ ਤਰ੍ਹਾਂ ਕਲੋਜ਼ ਨਹੀਂ ਕਰਨੇ, ਕਿਉਂਕਿ ਇਹਦੇ ਵਿੱਚ ਆਪਾਂ ਸੋਲਿਊਸ਼ਨ ਫਿਲ ਕਰਨਾ ਹੈ। ਉਹ ਸੋਲਿਊਸ਼ਨ ਥੋੜ੍ਹਾ ਰਿਸਦਾ ਰਹਿਣਾ ਚਾਹੀਦਾ, ਤਾਂ ਕਰਕੇ ਪੂਰੀ ਤਰ੍ਹਾਂ ਇਹ ਕਲੋਜ਼ ਨਹੀਂ ਕਰਨੇ। ਠੀਕ ਹੈ ਜੀ। ਇਸ ਦੇ ਵਿੱਚ ਆਪਾਂ ਸਟਰੋਂਗ ਇਲੈਕਟ੍ਰੋਲਾਈਟ ਫਿਲ ਕਰਨਾ ਹੈ, ਜਿੱਦਾਂ ਕਿ NO3 ਮੋਸਟ ਪ੍ਰੋਬੇਬਲੀ ਆਪਾਂ ਯੂਜ਼ ਕਰਦੇ ਹਾਂ। ਇੱਕ ਇੱਦਾਂ ਦਾ ਇਲੈਕਟ੍ਰੋਲਾਈਟ ਇਹਦੇ ਵਿੱਚ ਫਿਲ ਕੀਤਾ ਜਾਂਦਾ ਹੈ ਜਿਹਦੇ ਜਿਹੜੇ ਆਇਨਸ ਨੇ ਉਹਨਾਂ ਦੀ ਮੋਬਿਲਿਟੀ ਸੇਮ ਹੋਵੇ। ਫੋਰ ਐਗਜ਼ਾਮਪਲ ਅਗਰ ਆਪਾਂ KNO3 ਇਹਦੇ ਵਿੱਚ ਫਿਲ ਕੀਤਾ ਹੈ, ਦੈਨ K ਪੋਜ਼ੀਟਿਵ ਐਂਡ NO3 ਨੈਗੇਟਿਵ ਆਇਨਸ ਇਹ ਪ੍ਰੋਵਾਈਡ ਕਰੇਗਾ। ਇਹਨਾਂ ਦੋਨਾਂ ਦੀ ਮੋਬਿਲਿਟੀ ਕੀ ਹੋਣੀ ਚਾਹੀਦੀ ਹੈ, ਮੂਵ ਕਰਨ ਦੀ ਸਟਰੈਂਥ ਕੀ ਹੋਣੀ ਚਾਹੀਦੀ ਹੈ? ਸੇਮ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਇਹਦੀ ਸਪੀਡ ਜ਼ਿਆਦਾ ਇਹਦੀ ਘੱਟ ਹੈ, ਜਾਂ ਇਹਦੀ ਸਪੀਡ ਜ਼ਿਆਦਾ ਮੂਵ ਕਰਨ ਦੀ ਇਹਦੀ ਘੱਟ ਹੈ। ਉਹਦੇ ਨਾਲ ਸੈੱਲ ਦੇ ਵਿੱਚ ਪ੍ਰੋਬਲਮ ਆਏਗੀ। ਉਹ ਕੀ ਪ੍ਰੋਬਲਮ ਆਏਗੀ ਆਪਾਂ ਅੱਗੇ ਸਟੱਡੀ ਕਰਾਂਗੇ। ਤਾਂ ਮੋਬਿਲਿਟੀ ਇਹਨਾਂ ਦੀ ਕੀ ਹੋਣੀ ਚਾਹੀਦੀ ਹੈ? ਸੇਮ। ਹਾਂਜੀ, ਦੁਬਾਰਾ ਮੈਂ ਰਿਵਾਈਜ਼ ਕਰਵਾ ਰਿਹਾ ਇਹੀ ਚੀਜ਼ ਨੂੰ। ਇੱਕ ਬੀਕਰ ਦੇ ਵਿੱਚ ਜ਼ਿੰਕ ਸਲਫੇਟ ਦਾ 1 ਮੋਲਰ ਸੋਲਿਊਸ਼ਨ ਹੈ। ਸੈਕਿੰਡ ਦੇ ਵਿੱਚ ਹੈਗਾ 1 ਮੋਲਰ ਕਾਪਰ ਸਲਫੇਟ ਸੋਲਿਊਸ਼ਨ। ਸਾਲਟ ਬ੍ਰਿਜ ਲਗਾਇਆ ਹੋਇਆ, ਕੱਚ ਦੀ ਯੂ ਸ਼ੇਪ ਦੀ ਟਿਊਬ ਇਨਵਰਟ ਕਰਕੇ ਰੱਖੀ ਹੋਈ ਹੈ, ਜਿਹੜੀ ਦੋਨੋਂ ਸੋਲਿਊਸ਼ਨਸ ਨੂੰ ਕਨੈਕਟ ਕਰ ਰਹੀ ਹੈ। ਇਹਦੇ ਵਿੱਚ ਜ਼ਿੰਕ ਦੀ ਰੋਡ ਹੈ, ਕਾਪਰ ਦੀ ਰੋਡ ਹੈ, ਦੋਨਾਂ ਨੂੰ ਆਪਾਂ ਵਾਇਰ ਦੇ ਥਰੂ ਕਨੈਕਟ ਕੀਤਾ ਹੋਇਆ ਹੈ। ਵਿਚਕਾਰ ਆਪਾਂ ਬਲਬ, ਵੋਲਟਮੀਟਰ ਜਾਂ ਐਮਮੀਟਰ ਲਗਾ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਸਵਿਚ ਵੀ ਅਟੈਚ ਕਰ ਸਕਦੇ ਹਾਂ। ਇਹਦੇ ਨਾਲ ਔਨ ਆਫ ਤੋਂ ਆਪਾਂ ਜਿਹੜਾ ਹੈਗਾ ਕਰੰਟ ਨੂੰ ਔਨ ਜਾਂ ਆਫ ਆਪਾਂ ਕਰਕੇ ਵੇਖ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜਾ ਇਹ ਸਾਲਟ ਬ੍ਰਿਜ ਇਹਦੇ ਵਿੱਚ ਆਪਾਂ ਸਟਰੋਂਗ ਇਲੈਕਟ੍ਰੋਲਾਈਟ ਫਿਲ ਕਰਨਾ ਹੈ।
तो इलैक्ट्रोलाइट भी इदां दा फिल करना है जिहदे आयन्स की मोबिलिटी सेम होवे। ठीक है, तो ये होगी सिंपल जी कंस्ट्रक्शन ऑफ इलैक्ट्रोकैमिकल सैल, वोलांटिक सैल आप एग्जाम्पल के तौर पर कर रहे थे। नैक्सट है वर्किंग ऑफ इलैक्ट्रोकैमिकल सैल। वर्किंग ऑफ दिस सैल, ये सैल किद्दां वर्क करदा, किवें कैमिकल एनर्जी इलैक्ट्रीकल दे विच करंट दे विच कन्वर्ट होंदी है। देखो जिहड़ा जिंक है, जिंक इत्थे एज ए एनोड काम करदा है, मीनस जिंक ते ऑक्सीडेशन हो रही होंदी है। जिंक की जिहड़ी रॉड है सॉलिड फॉर्म च है, जिंक की रॉड लगातार ऑक्सीडाइज होके 2 इलैक्ट्रॉन लॉस कर रही है। ठीक है, जिहड़ा कॉपर है, कॉपर एज ए कैथोड काम करता है। कैथोड ते हुंदी है रिडक्शन, मीनस जिहड़ा कॉपर सल्फेट वाला सोल्यूशन है उहदे विच जिहड़े कॉपर 2 पॉजिटिव आयन्स ने वो यही 2 इलैक्ट्रॉन कैप्चर करते हैं तो कॉपर सॉलिड बन जाता है। सिंपल जी गल है, जिंक की रॉड इलैक्ट्रॉन ट्रांसमिट करती है, उही इलैक्ट्रॉन कॉपर के इलैक्ट्रोड वाल जाते हैं, जिहदे करके सोल्यूशन दे विचों कॉपर के आयन्स कॉपर की रॉड से डिपॉजिट होना शुरू हो जाते हैं। मीनस जिंक की रॉड लगातार खुरदी रहिंदी है, इहदा वेट घटदा रहिंदा है, कॉपर की रॉड का वेट वधदा रहिंदा है। इदां ये प्रोसैस जिहड़ा हैगा चलदा रहिंदा। हुण वो वायर के थ्रू इलैक्ट्रॉन फ्लो करन लग गए। जिहड़ी वायर है एनोड ते कैथोड नूं जोड़दी है, उहदे विच दी इलैक्ट्रॉन फ्लो करन लग गई। हुण जे इलैक्ट्रॉन का फ्लो हुंदा इट मीनस करंट फ्लो करदा है, तो वायर दे विच दी करंट फ्लो करन लग जाना। जिहड़ा आपां विचकार बल्ब वोल्ट मीटर जां एमीटर अटैच कीता वो कोई ना कोई रीडिंग देनी स्टार्ट कर देना। ठीक है, तो ये इदां एनोड एंड कैथोड काम करते हैं। ऑक्सीडेशन होंदी है, रिडक्शन होंदी है, ओवरऑल रिडॉक्स रिएक्शन चलती है। तो आप स्टार्टिंग के जो इलैक्ट्रोकैमिस्ट्री स्टार्ट की थी उदों भी कहा सी इलैक्ट्रोकैमिस्ट्री का जिहड़ा बेसिक है प्रिंसीपल है बेसिक वो हैगा रिडॉक्स रिएक्शनस। अगर रिडॉक्स रिएक्शनस ने रिडॉक्स रिएक्शनस चलदियां ने करंट प्रोड्यूस होंदा है, जां करंट तो आप दोबारा रिडॉक्स रिएक्शनस चला सकते हैं। तो इदां करके दा बेसिक जिहड़ा हैगा प्रिंसीपल आप बोल सकते हैं इलैक्ट्रोकैमिस्ट्री का। तो ये हो गई थी वर्किंग ऑफ इलैक्ट्रोकैमिकल सैल। नाउ नैक्सट है सॉल्ट ब्रिज। नैक्सट इंपॉर्टेंट टॉपिक है सॉल्ट ब्रिज। ये बेस पे कई बार क्वेश्चन पूछे गए ने। सॉल्ट ब्रिज की है? इन्वर्टेड यू शेप्ड ग्लास ट्यूब है, ठीक है, जिहदे दोनों एंड ग्लास वूल जां कॉटन दे नाल आपां क्लोज करने हैं, जिहदे विच आपां स्ट्रोंग इलैक्ट्रोलाइट फिल करना है लाइक KNO3 KCl। इलैक्ट्रोलाइट इदां दा फिल करना है जिहदे आयन्स की मोबिलिटी ऑफ आयन्स की होवे सेम होवे। ठीक है, तो हो गया सॉल्ट ब्रिज। सॉल्ट ब्रिज का फंक्शन की है, ये वाला क्वेश्चन पेपर च आउंदा है। वट आर द फंक्शनस ऑफ सॉल्ट ब्रिज? सॉल्ट ब्रिज का फर्स्ट फंक्शन है कि ये सैल सर्किट नूं कंप्लीट करता है। ठीक है, की करता है ये सर्किट नूं की करता है कंप्लीट करता है। देखो अपने को इधर एनोड सी, इधर हैगा सी कैथोड, आप इहनूं वायर के थ्रू कनैक्ट करता सी। जिहड़े सोल्यूशनस ने उन्होंने आप कनैक्ट किया सॉल्ट ब्रिज के थ्रू। मीनस कदों भी आप करंट फ्लो करवाना है आपां नूं 2 वायरस की जरूरत पैंदी है। तो ये एक वायर तो ये होगी, एक ये वायर होगी, मीनस ये सैकेंड वायर की तरह काम करता है, सैल सर्किट नूं कंप्लीट करता है। ठीक है, अगर सैल सर्किट कंप्लीट होएगा दैन करंट फ्लो होएगा, अदरवाइज नहीं होएगा। तो सैल सर्किट नूं ये कंप्लीट करता। फर्स्ट फंक्शन हो गया। सैकेंड फंक्शन हो गया दोनों सोल्यूशनस नूं ये इलैक्ट्रिकली न्यूट्रल रखता। किवें इलैक्ट्रिकली न्यूट्रल रखता वो आप कर लेंगे। देखो इधर अपने को जिंक सल्फेट है, इधर कॉपर सल्फेट है, ये जिंक एंड सल्फेट आयन्स ने, इधर अपने को कॉपर 2 पॉजिटिव एंड SO4 2 नैगेटिव आयन्स ने, ये जिंक रॉड है कॉपर रॉड है, इनू आप आपस में कनैक्ट किया तो इत्थे सॉल्ट ब्रिज लगाया गया ना। हुण समझो अगे जदों जिंक की रॉड खुरदी है इट मीनस ये जिंक 2 पॉजिटिव आयन्स क्रिएट करती है,
ਉਹ ਜ਼ਿੰਕ 2 ਪੋਜ਼ਿਟਿਵ ਆਇਨਸ ਸੋਲਿਊਸ਼ਨ ਦੇ ਵਿੱਚ ਆ ਜਾਂਦੇ ਨੇ। ਠੀਕ ਹੈ, ਇਸ ਸੋਲਿਊਸ਼ਨ ਦੇ ਵਿੱਚੋਂ ਜਿਹੜੇ ਕਾਪਰ 2 ਪੋਜ਼ਿਟਿਵ ਆਇਨਸ ਨੇ ਉਹ ਅੱਗੇ ਕਾਪਰ ਦੀ ਰੋਡ ਤੇ ਜਾ ਕੇ ਡਿਪੋਜ਼ਿਟ ਹੋ ਰਹੇ ਹੁੰਦੇ ਨੇ। ਮੀਨਸ ਕੀ ਹੋ ਰਿਹਾ ਹੈ, ਇੱਧਰਲੀ ਸਾਈਡ ਤੇ ਸਲਫੇਟ ਆਇਨਸ ਦੀ ਗਿਣਤੀ ਕਾਪਰ 2 ਪੋਜ਼ਿਟਿਵ ਆਇਨਸ ਦੇ ਮੁਕਾਬਲੇ ਇਨਕਰੀਜ਼ ਹੋ ਜਾਂਦੀ ਹੈ। ਇੱਧਰਲੀ ਸਾਈਡ ਤੇ ਜ਼ਿੰਕ 2 ਪੋਜ਼ਿਟਿਵ ਆਇਨ ਦੀ ਗਿਣਤੀ ਸਲਫੇਟ 2 ਨੈਗੇਟਿਵ ਆਇਨ ਦੀ ਗਿਣਤੀ ਦੇ ਮੁਕਾਬਲੇ ਇਨਕਰੀਜ਼ ਹੋ ਜਾਂਦੀ ਹੈ, ਜਾਣੀ ਕਿ ਇੱਧਰ ਪੋਜ਼ਿਟਿਵ ਚਾਰਜ ਐਂਡ ਇੱਧਰ ਨੈਗੇਟਿਵ ਚਾਰਜ ਆ ਜਾਂਦਾ ਸੋਲਿਊਸ਼ਨਸ ਤੇ ਨੈਗੇਟਿਵ ਐਂਡ ਪੋਜ਼ਿਟਿਵ ਚਾਰਜ ਆ ਗਿਆ, ਜਿਹਦੇ ਕਰਕੇ ਸੈਕੰਡਰੀ ਕਰੰਟ ਫਲੋ ਕਰਨ ਲੱਗ ਜਾਣਾ, ਜਿਹੜਾ ਕਿ ਉੱਪਰ ਵਾਲੇ ਕਰੰਟ ਨੂੰ ਅਪੋਜ਼ ਕਰਦਾ, ਘਟਾਉਂਦਾ। ਠੀਕ ਹੈ, ਅਗਰ ਉੱਪਰ ਵਾਲਾ ਕਰੰਟ ਘਟੂਗਾ ਇਟ ਮੀਨਸ ਇਹ ਸੈੱਲ ਦੀ ਡਿਊਰੇਸ਼ਨ ਘਟੇਗੀ, ਇਹਦੀ ਵੋਲਟੇਜ ਘਟੇਗੀ, ਕਰੰਟ ਘਟੇਗਾ। ਸੋ ਇਹ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਆਪਾਂ ਸਾਲਟ ਬ੍ਰਿਜ ਦੇ ਵਿੱਚ ਕੋਈ ਇਲੈਕਟ੍ਰੋਲਾਈਟ ਫਿਲ ਕਰਦੇ ਹਾਂ, ਜਿਵੇਂ ਆਪਾਂ KNO3 ਫਿਲ ਕੀਤਾ ਹੈ। KNO3 K ਪੋਜ਼ਿਟਿਵ ਐਂਡ NO3 ਨੈਗੇਟਿਵ ਆਇਨ ਦੇਗਾ। ਠੀਕ ਹੈ, ਹੁਣ ਇੱਧਰਲੀ ਸਾਈਡ ਤੇ ਪੋਜ਼ਿਟਿਵ ਚਾਰਜ ਜ਼ਿਆਦਾ ਹੈ ਤਾਂ ਨੈਗੇਟਿਵ ਪਾਰਟੀਕਲਸ ਇੱਧਰਲੀ ਸਾਈਡ ਤੇ ਰਿਸਣੇ ਸ਼ੁਰੂ ਹੋ ਜਾਣਗੇ। ਐਕਸੈਸ ਦੇ ਵਿੱਚ ਜਿਹੜਾ ਪੋਜ਼ਿਟਿਵ ਚਾਰਜ ਆਇਆ, ਪੋਜ਼ਿਟਿਵ ਚਾਰਜ ਆਇਨਸ ਆਏ ਨੇ, ਉਹਨਾਂ ਨੂੰ ਇਹ ਨਿਊਟਰਲ ਕਰ ਦੇਗਾ। ਸੇਮ ਹੀ ਇੱਧਰਲੀ ਸਾਈਡ ਤੇ ਜਿਹੜਾ ਐਕਸੈਸ ਦੇ ਵਿੱਚ ਸਲਫੇਟ ਆਇਨਸ ਨੇ ਉਹਨੂੰ K+ ਆਇਨ ਨਿਊਟਰਲਾਈਜ਼ ਕਰ ਦੇਗਾ। ਇਟ ਮੀਨਸ ਇੱਧਰ ਵੀ ਚਾਰਜ ਨਿਊਟਰਲ ਹੋ ਗਿਆ, ਕੋਈ ਚਾਰਜ ਨਹੀਂ ਰਿਹਾ, ਇੱਧਰ ਵੀ ਕੋਈ ਚਾਰਜ ਨਹੀਂ ਰਿਹਾ। ਸੋ ਦੋਨੋਂ ਸੋਲਿਊਸ਼ਨਸ ਇਲੈਕਟ੍ਰੀਕਲੀ ਕੀ ਹੋ ਗਏ, ਨਿਊਟਰਲ। ਸੈਕੰਡਰੀ ਕਰੰਟ ਆਪਾਂ 0 ਕਰਤਾ, ਸੈੱਲ ਦੀ ਡਿਊਰੇਸ਼ਨ ਆਪਾਂ ਨੇ ਵਧਾਤੀ, ਸੈੱਲ ਜ਼ਿਆਦਾ ਦੇਰ ਤੱਕ ਕੰਮ ਕਰਦਾ ਰਹੇਗਾ। ਤਾਂ ਸਾਲਟ ਬ੍ਰਿਜ ਦੇ ਦੋ ਫੰਕਸ਼ਨਸ ਨੇ, ਇੱਕ ਤਾਂ ਇਹ ਸੈੱਲ ਸਰਕਿਟ ਨੂੰ ਕੰਪਲੀਟ ਕਰਦਾ, ਸੈਕਿੰਡ ਕੀ ਹੈ, ਦੋਨੋਂ ਸੋਲਿਊਸ਼ਨਸ ਨੂੰ ਇਲੈਕਟ੍ਰੀਕਲੀ ਕੀ ਰੱਖਦਾ, ਇਹ ਨਿਊਟਰਲ ਰੱਖਦਾ। ਠੀਕ ਹੈ, ਤਾਂ ਇਹ ਸੀਗਾ ਇਲੈਕਟ੍ਰੋਕੈਮੀਕਲ ਸੈੱਲ, ਇਹਦੀ ਵਰਕਿੰਗ, ਕੰਸਟਰਕਸ਼ਨ ਐਂਡ ਸਾਲਟ ਬ੍ਰਿਜ ਐਂਡ ਇਟਸ ਫੰਕਸ਼ਨ। ਠੀਕ ਹੈ, ਤੇ ਪੂਰਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ, +1 ਦੇ ਵਿੱਚ ਵੀ ਹੈ ਤੇ +2 ਦੇ ਵਿੱਚ ਵੀ ਹੈ। +1 ਦੇ ਵਿੱਚ ਰਿਡੌਕਸ ਰਿਐਕਸ਼ਨ ਚੈਪਟਰ ਹੈ, ਉਹਦੇ ਵਿੱਚ ਇਹ ਆਉਂਦਾ। +2 ਦੇ ਵਿੱਚ ਅੱਗੇ ਚੈਪਟਰ ਹੈ ਇਲੈਕਟ੍ਰੋਕੈਮਿਸਟਰੀ, ਉਹਦੇ ਵਿੱਚ ਇਹ ਟੌਪਿਕ ਪੜ੍ਹਿਆ ਜਾਂਦਾ। ਠੀਕ ਹੈ, ਤਾਂ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਕੀ ਹੈ। ਨੈਕਸਟ ਵੀਡੀਓ ਦੇ ਵਿੱਚ, ਨੈਕਸਟ ਲੈਕਚਰ ਦੇ ਵਿੱਚ ਆਪਾਂ ਇਲੈਕਟ੍ਰੋਲਾਈਟਿਕ ਸੈੱਲ ਦੀ ਗੱਲ ਕਰਾਂਗੇ। ਇਹਦੇ ਵਿੱਚ ਆਪਾਂ ਇਲੈਕਟ੍ਰੋਕੈਮੀਕਲ ਸੈੱਲ ਦੀ ਗੱਲ ਕੀਤੀ ਹੈ। ਅੱਗੇ ਇਹਨੂੰ ਆਪਾਂ ਫਾਰਵਰਡ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਟੇਕ ਕੇਅਰ, ਬਾਏ ਬਾਏ।